अच्छा रजी साहब इनका मुस्तकबिल की देखते हो? ਮੁਸਤਕਬਲ ਮੈਂ ਜਿਵੇਂ ਤੁਹਾਨੂੰ ਦੱਸਿਆ 5% ਸਾਡੀ ਨੀਡ ਨੂੰ ਪੂਰੇ ਕਰ ਰਿਹਾ जी। ਇਹ ਤੇ ਅਗਰ ਆਪਣਾ ਹਰ ਬੰਦਾ ਜਿਹੜਾ ਨਾ ਕੋਈ 2-2 ਕਿੱਲੇ 4-4 ਕਿੱਲੇ ਮੁਰੱਬੇ ਚਲਾਵੇ 5-5 ਕਿੱਲੇ ਤੇ ਫਿਰ ਵੀ ਇਹ ਡਿਮਾਂਡ ਨਹੀਂ ਪੂਰੀ ਹੋਣੀ जी। ਨਾ ਸਪਰੇਅ ਦੀ ਜ਼ਰੂਰਤ ਹੈ ਨਾ ਇਹਨੂੰ ਕਦੀ ਖਾਦ ਪਾਈ ਦੀ ਹੈ ਤੇ ਨਾ ਹੀ ਇਹਦੀ ਕੋਈ ਚੋਰੀ ਚਕਾਰੀ ਦਾ ਡਰ ਹੈ। अच्छा ये 40 फुट तक कितने पौधे लग जाएंगे? 40 ਫੁੱਟ ਤੇ 36 ਤੋਂ 40 ਦੇ ਦਰਮਿਆਨ ਲੱਗਣਗੇ ना ਤੇ 15-16 ਹਜ਼ਾਰ ਵੀ ਨਾ ਲਾਓ ਤੁਸੀਂ 10 ਹਜ਼ਾਰ ਵੀ ਲਾਓ ਜੀ। ਤੇ ਹੁਣ ਸਾਡਾ ਇਹ ਪੌਦਾ ਜਿਹੜੇ ਨੇ ਤਕਰੀਬਨ 5 ਮਣ ਐਵਰੇਜ ਜਿਹੜਾ ਨਾ ਇਹ ਵੱਡੇ ਪੌਦੇ ਜਿਹੜੇ ਨੇ ਇਹ ਵੱਡੇ ਪੌਦੇ ਜਿੱਥੇ ਖੜੇ ਆ ਅਸੀਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਨਾਜ਼ਰੀਨ, ਅਲੀ ਰਜ਼ਾ ਸਾਜਿਦ ਅਲ ਰਜ਼ਾ ਫਾਰਮ ਤੋਂ ਤੁਹਾਡੇ ਨਾਲ ਗੱਲ ਕਰਦਾ ਤੇ ਅੱਜ ਛੋਟਾ ਜਿਹਾ ਕਲਿੱਪ ਐਡ ਕਰਦਾ ਪਿਆ ਆਪਣੇ ਇਸ ਵੀਡੀਓ ਦੇ ਵਿੱਚ। ਵੀਡੀਓ ਬਹੁਤ ਹੀ ਅਥੈਂਟਿਕ ਹੈ ਔਰ ਫਿਜ਼ੀਕਲੀ ਤਜਰਬੇ ਦੇ ਉੱਤੇ ਮੁਸ਼ਤਮਿਲ ਹੈ। ਮੇਰੇ ਨਾਲ ਪੌਦੇ ਦੇਖਦੇ ਪਏ ਤੁਸੀਂ, ਹਰੜ ਦੇ ਪੌਦੇ ਨੇ। ਇਹ ਦੇਖੋ ਦੋਸਤਾਂ, ਦਿਖਾਓ ਜੀ, ਇਹ ਹਰੀੜ, ਜਿਹੜੇ ਪੰਜਾਬੀ ਦੇ ਵਿੱਚ ਅਸੀਂ ਹਰੀੜ ਕਹਿੰਦੇ ਇਹਨੂੰ, ਇਹ ਹਰੜ ਹੈ। ਇਹ ਉਹਦੇ ਪੌਦੇ ਨੇ। ਮਾਸ਼ਾਅੱਲਾ ਪੌਦੇ ਵੇਖੋ ਸਾਈਜ਼ ਦੇ, 8-8 ਫੁੱਟ ਸਾਈਜ਼ ਪੌਦੇ ਦਾ, 8-8 ਫੁੱਟ ਸਾਈਜ਼। ਇਸ ਤੋਂ ਵੀ ਥੋੜੇ ਜਿਹੇ ਹਾਈਟ ਦੇ ਪੌਦੇ ਮਿਲ ਜਾਣਗੇ ਤੁਹਾਨੂੰ। ਤੇ ਬਾਕੀ ਦੀਆਂ ਗੱਲਾਂ ਦੱਸਣ ਦਾ ਤੁਹਾਨੂੰ ਮੈਂ ਮੁਕੰਮਲ ਇੰਟਰਵਿਊ ਦਿਖਾਉਣ ਲੱਗਿਆ। ਅੱਗੇ ਤੁਸੀਂ ਵੀਡੀਓ ਨੂੰ ਜਾਰੀ ਰੱਖਣਾ। ਰਜ਼ੀਉਦੀਨ ਸਾਹਿਬ ਦਾ ਤੇ ਬਾਗ ਅਲੀ ਬਲੋਚ ਦਾ ਇੰਟਰਵਿਊ ਇਸੇ ਵੀਡੀਓ ਦੇ ਅੱਗੇ ਆਉਣ ਲੱਗਿਆ। ਬੜਾ ਤਫਸੀਲੀ ਇੰਟਰਵਿਊ ਹੈ। ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਹਰੀੜ ਫਾਰਮਿੰਗ ਦੇ ਮੁਤਲਕ तमाम तर ਮਾਲੂਮਾਤ ਜਿਹੜੀਆਂ ਨੇ ਉਹ ਮਿਲ ਜਾਣਗੀਆਂ ਇਨਸ਼ਾਅੱਲਾ ਅਜ਼za ਵਜਲ। ਅਲ ਰਜ਼ਾ ਫਾਰਮ ਤੋਂ ਤੁਹਾਨੂੰ ਪੌਦੇ ਮਿਲ ਜਾਣਗੇ ਹਰੀੜ ਦੇ, ਹਰ ਸਾਈਜ਼ ਦੇ ਪੌਦੇ ਤੇ ਦੀਗਰ ਫਾਰਮਿੰਗ ਦੀ ਮਾਲੂਮਾਤ ਜਿਹੜੀਆਂ ਨੇ, ਲਾਣ ਦੇ ਫਿਜ਼ਿਬਿਲਟੀਆਂ ਦੇ, ਪੌਦਿਆਂ ਦੀ ਤਾਦਾਦ ਦੇ, ਸਾਈਜ਼ ਦੇ, ਇਲਾਕਿਆਂ ਦੇ, ਜੋ ਵੀ ਤੁਹਾਡੇ ਕੋਲ ਸਵਾਲਾਤ ਹੋਣ ਤੁਸੀਂ ਕਮੈਂਟ ਬਾਕਸ ਵਿੱਚ ਕਰਨਾ ਜਾਂ ਸਾਨੂੰ ਦਿੱਤੇ ਹੋਏ ਨੰਬਰ ਤੇ ਕਾਲ ਕਰ ਲੈਣਾ। ਤੇ ਬਾਕੀ ਦਾ ਇੰਟਰਵਿਊ ਅੱਗੇ ਚੱਲ ਕੇ ਸੁਣ ਲਓ ਤੇ ਪੌਦੇ ਹਾਸਲ ਕਰਨ ਵਾਸਤੇ ਅਲ ਰਜ਼ਾ ਫਾਰਮ ਨਾਲ ਰਾਬਤਾ ਕਰ ਲਓ। ਅਸੀਂ ਖੁਦ ਵੀ ਲਗਾ ਰਹੇ ਹਾਂ ਤੇ ਇਨਸ਼ਾਅੱਲਾ ਅਜ਼za ਵਜਲ ਹਰੀੜ ਦੇ ਪੌਦੇ ਤੁਹਾਨੂੰ ਫਰਾਹਮ ਵੀ ਕਰਾਂਗੇ ਤੇ ਨਾਲ ਹੀ ਆਮਲਾ ਦੇ ਪੌਦੇ ਵੀ ਫਰਾਹਮ ਕਰਾਂਗੇ। ਤੇ ਆਮਲਾ ਦੀ ਮੈਂ ਵੀਡੀਓ ਵੀ ਲਾਈ ਆਪਣੀ ਫੇਸਬੁੱਕ ਆਈਡੀ ਦੇ ਉੱਤੇ। ਤੁਸੀਂ ਮੇਰੀ ਫੇਸਬੁੱਕ ਆਈਡੀ ਅਲ ਰਜ਼ਾ ਫਾਰਮ ਵਿਜ਼ਿਟ ਕਰੋ, ਇਨਸ਼ਾਅੱਲਾ ਤੁਹਾਨੂੰ ਉਹਦੇ ਤੇ ਵਾਜ਼ਿਹ ਨਜ਼ਰ ਆਏਗਾ। ਆਮਲਾ ਦਾ ਜਿਹੜਾ ਪੌਦਾ ਲੱਗਾ ਹੋਇਆ ਉਹਦੇ ਤੇ ਫਲ ਵੀ ਲੱਗਦਾ ਪਿਆ, ਛੋਟਾ ਫਲ ਤਿਆਰ ਵੀ ਹੋ ਰਿਹਾ, ਫੁੱਲ ਵੀ ਹੈ ਤੇ ਨਾਲ ਵੱਡਾ ਫਲ ਲੱਗਿਆ ਵੀ ਹੋਇਆ ਤੇ ਉਹ ਵੀ ਦੇਖ ਲੈਣਾ ਤੁਸੀਂ। किसान दोस्तों वास्ते यह वीडियो इंतहाई कीमती है। आगे चलो तो इंटरव्यू सुनो। नाज़रीन, आज हम चीचावतनी की धरती पे मौजूद हैं। साहिवाल बड़ा शहर है, उसके साथ एक छोटा टाउन चीचावतनी शहर है, जीटी रोड के ऊपर है, उसमें मौजूद है नाज़रीन। और इसका गांव बहुत मशहूर गांव है, आगरा। आगरा का नाम तो पूरी दुनिया ने सुना हुआ है, इंडिया वाले आगरा का, और इस गांव का नाम आगरा है। और आज जिस चीज़ के लिए हम यहाँ पे आए हैं, बहुत ही तारीख़ी और बहुत कीमती चीज़ है। ये वो बागात हैं जो बिना कुछ खर्चा लिए आपको हर साल लाखों करोड़ों रुपए दे सकते हैं। नाज़रीन, आपके सामने जो फ्रेम में पौधा मौजूद है, ये बहुत बड़ा पौधा है। आप कह सकते हो 40 फुट बाई 40 पे पहुँच चुका है। ये पौधा है जी हरीड़ का, और इस बाग में हर तरह के हरीड़ लगे हुए हैं। काबली हरीड़, देसी हरीड़, इंडियन हरीड़। और हरीड़ का आपको पता है क्योंकि वो पंसार की आइटम है, पंसारियों वाली दवाई वाली आइटम है, तो पंसारियों वाली जो चीज़ें हैं वो बहुत महंगी होती हैं। और इस तरह के बागात से हमारे मुल्क को बहुत फ़ायदा होगा, क्योंकि लाखों टन या हज़ारों टन के हिसाब से आप कह सकते हैं हरीड़ इंपोर्ट की जाती है बाहर से पाकिस्तान के लिए। अगर हम ये बागात लगाते हैं और अपने पास इसको पैदा करते हैं पाकिस्तान में, तो आप करोड़ों रुपए इससे कमा भी सकते हैं और उससे आपके माहौल में बहुत फ़ायदा होता है। ऑक्सीजन इजाफी पैदा करते हैं बागात, और ये बड़े दरख्तों के जो बागात हैं ये तो बहुत ही वाफर ऑक्सीजन पैदा करते हैं। उससे हमारे माहौल को फ़ायदा, हमारे मुल्क को फ़ायदा। और जो हरीड़ एक कीमती फल है जो ये हर साल टनों के हिसाब से देते हैं, उससे इंशाल्लाह हमारे घर को, हमारी मैशत को हर लिहाज से फ़ायदा ही फ़ायदा है। नाज़रीन, ये जो बाग है ये आगरा गांव में चीचावतनी में रज़ीउल चीमा साहब का बाग है। इसका फल भी आपको दिखाते हैं। मज़ीद जो मालूमात है वो रज़ीउल चीमा साहब से हम लेते हैं कि ये बाग क्या है, पौधा कितनी उम्र का होता है, कब फल लेता है, और इसको उगाना किस तरह मुश्किल है या आसान है, ये टोटल मालूमात हम उनसे लेते हैं। नाज़रीन, हमारे साथ जुड़े रहिएगा, वीडियो को एंड तक देखिएगा। इसमें आपको इंशाल्लाह फ़ायदा मिलने वाला है। ये सफ़र हमने आपके फ़ायदे के लिए ही किया है। आप देख सकते हैं ये जो नीचे फल गिरे हुए हैं, ये हरीड़ के फल हैं। ये जितने दरख्त आपको नज़र आ रहे हैं ये हरीड़ के दरख्त हैं।
इनके ऊपर भी फल लगे हुए हैं, क्योंकि सबसे फल और फल जो है वो देख पाना मुश्किल है। अगर किसी को कोई नज़र आ जाए नाज़रीन तो वो देख लीजिएगा। ज़्यादातर तुड़ाई हो चुकी है, एंड पे पहुंचा हुआ है, अक्टूबर का महीना है। ये लगे हुए मैं आपको दिखा भी देता हूँ। ये इस तरह होते हैं, पत्तों के साथ नज़र नहीं आते, ग्रीन कलर के फल होते हैं। अब हम चीमा साहब की तरफ चलते हैं, उनसे इसकी मुकम्मल मालूमात लेते हैं। अस्सलाम वालेकुम चीमा साहब, जी वालेकुम सलाम। की हाल है जनाब तुहाडा? अल्हम्दुलिल्लाह अल्हम्दुलिल्लाह। सर जी अपना पूरा तारफ दे दियो जी नाजरीन नो। जी नाम मेरा रज़ील करीम चीमा है, जी मैं लंबड़दार भी आया 4212 ਦਾ ਆਗਰਾ ਦਾ जी ਤੇ ਬਜ਼ੁਰਗ ਇੱਥੋਂ ਜਦੋਂ ਬਾਅਦ ਹੋਈ ਜ਼ਮੀਨ ਉਦੋਂ ਹੀ ਆਏ ਸਨ जी ਤੇ ਉਦੋਂ ਜ਼ੈਲਦਾਰੀ ਸੀ, ਉਹ ਜ਼ੈਲਦਾਰ ਸਨ जी ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਮਤਲਬ ਦਾਦਾ ਜੀ ਵਾਲਦ ਸਾਹਿਬ ਉਦੋਂ ਪੰਜਵੀਂ ਪੁਸ਼ਤਾਂ ਇਨਸ਼ਾਅੱਲਾ ਇੱਥੇ ਜਿਹੜੇ ਨੇ। नाजरीन चीमा साहब कोल बड़े ही कीमती कलैक्शन पौधे लगे हुए ने, जिस तरह हरीड़ है, आमला है, अपना सागवान है, एक दो होर इकसाम दे सब दी आप अलग अलग वीडियो करांगे। फिलहाल अपनी गल हो रही है इस वीडियो च हरीड़ ते हुण आपां पुछने हैं जी ये की चीज़ है, इहदा सफ़र चीमा साहब ने किद्दां शुरू किया और ये की दे रहा है, माहौल नूं की दे रहा है और रज़ी साहब नूं ये की दे रहा है। जी रज़ी साहब ये तुहाडे हत्थ च की चीज़ है? ਜੀ ਇਹ ਰੀੜ ਹੈ ਜਿਹੜੀ ਜ਼ਿਆਦਾ ਪੱਕ ਜਾਂਦੀ ਫਿਰ ਥੱਲੇ ਡਿੱਗ ਪੈਂਦੀ ਹੈ जी ਤੇ ਇਹ ਵੀ ਇਹ ਭਾਵੇਂ 10-15 ਦਿਨ ਡਿੱਗੀ ਵੀ ਰਹੇ ਖਰਾਬ ਨਹੀਂ ਹੁੰਦੀ। जी ਇਹ ਫਿਰ ਉਹ ਬਾਅਦ ਚੋਂ ਚੁਣਾਈ ਕਰਕੇ ਤੇ ਫਿਰ ਇਹ ਵੀ ਵਗੈਰੇ ਇਸਤੇਮਾਲ ਹੋ ਜਾਏਗੀ। ਇਹਦਾ ਸੀਡ ਵੀ ਇਸਤੇਮਾਲ ਹੋ ਜਾਏਗਾ ਕਿਉਂਕਿ ਪੱਕ ਗਿਆ ਤਾਂ ਇਹਦਾ ਸੀਡ ਵੀ ਇਸਤੇਮਾਲ ਕਰਾਂਗੇ ਇਨਸ਼ਾਅੱਲਾ। सर इहदी वैल्यू की है? ਵੈਲਿਊ ਹਰੀੜ ਦੀ ਅਸਲ 'ਚ ਮੈਂ ਤੇ ਲਾਇਆ ਸੀ ਹਾਦਸਾਤੀ ਤੌਰ ਤੇ। जी ਸਾਡੇ ਕੋਲ ਇਹ ਬਾਗ ਸੀ ਇੱਕ ਮੁਰੱਬਾ ਅੰਬ ਦਾ जी ਤੇ ਲੇਕਿਨ ਉਦੋਂ ਅੰਬ ਦੀ ਇੰਨੀ ਆਮਦਨ ਨਹੀਂ ਸੀ ਤੇ ਫਿਰ ਇਹ ਫੈਸਲਾ ਕੀਤਾ ਕਿ ਉਹਨੂੰ ਉਖਾੜ ਦਿੱਤਾ ਜਾਏ जी ਤੇ ਉਹ ਅੰਬ ਅਸੀਂ ਪੁੱਟ ਦਿੱਤਾ ਤੇ ਫਿਰ ਸੀ ਕਿ ਬਾਗ ਦਾ ਪਾਣੀ ਹੈ जी ਤੇ ਕੋਈ ਬਾਗ ਤੇ ਲਾਣਾ ਹੀ ਹੈ जी ਤੇ ਫਿਰ ਇਹ ਕਿ ਉਹ ਇਹ ਕਿਸੇ ਇੱਕ ਉਹ ਜਿਹੜਾ ਆਮਲੇ ਕੋ ਪਹਿਲੇ ਪੌਦੇ ਲੱਗੇ ਸਨ 28 ਸਾਲ ਪੁਰਾਣੇ ਵੀ जी ਤੇ ਉੱਥੇ ਜਿਹੜੇ ਆਮਲੇ ਵਾਲਾ ਇੱਕ ਬੰਦਾ ਆਦਾ ਉਹਨੇ ਕਹਿੰਦਾ ਕਿ ਤੁਸੀਂ ਆਮਲੇ ਨਾ ਪੁੱਟੋ, ਅਸੀਂ ਉਹ ਵੀ ਪੁੱਟਣ ਲੱਗੇ ਸਾਂ जी ਤੇ ਬਲਕਿ ਤੁਸੀਂ ਇਹ ਹੋਰ ਲਾਓ ਆਮਲੇ ਤੇ ਅਸੀਂ ਹਰੀੜ ਵੀ ਤੁਹਾਨੂੰ ਲਵਾਵਾਂਗੇ। जी ਤੇ ਉਹ ਮੈਂ ਫਿਰ ਉਦੋਂ ਮੈਨੂੰ ਪਤਾ ਹੀ ਨਹੀਂ ਸੀ, ਨਾ ਹੀ ਪਹਿਲੀ ਵਾਰੀ ਸੁਣਿਆ ਸੀ जी ਤੇ ਉਹਨਾਂ ਨੇ ਫਿਰ ਕਿਹਾ ਜੀ, ਮੈਂ ਕਿਹਾ ਰੀੜ ਕਿੱਥੋਂ ਮਿਲੇ? ਕਹਿੰਦੇ ਉਹ ਮੇਰਾ ਮਕਸਦ ਮਤਲਬ ਮੈਂ ਲੈ ਦਿਆਂਗਾ ਹੀ, ਇੰਡੀਆ ਤੋਂ ਉਦੋਂ ਮਿਲਦੀ ਸੀ, ਇੱਥੇ ਨਹੀਂ ਸੀ ਤਿਆਰ। जी ਉਹਨੇ ਫਿਰ ਉਦੋਂ 300 ਦਾ ਪੌਦਾ ਲਿਆ ਕੇ ਦਿੱਤਾ ਇੰਡੀਆ ਤੋਂ ਨਾ ਗਮਲੇ 'ਚ, जी ਕੋਈ 300 ਪੌਦਾ ਮੰਗਵਾਇਆ ਸੀ जी ਤੇ ਲੇਕਿਨ ਕਿਉਂਕਿ ਸਾਡਾ ਉਹ ਪ੍ਰਾਇੋਰਟੀ ਨਹੀਂ ਸੀ, ਫਸਟ ਪ੍ਰਾਇੋਰਟੀ ਨਹੀਂ ਸੀ, जी ਅਸੀਂ ਤੇ ਫਸਲਾਂ ਤੇ ਜ਼ਿਆਦਾ ਐਮਫਸਿਸ ਕਰਨਾ ਸੀ ਤੇ ਫਸਲਾਂ ਦੀ ਵਜ੍ਹਾ ਨਾਲ ਫਿਰ ਇਹ ਕਾਫੀ ਪੌਦੇ ਜ਼ਾਇਆ ਹੋ ਗਏ। जी ਤਕਰੀਬਨ 100 ਤੇ ਕੁਝ 60 ਪੌਦੇ ਜਿਹੜੇ ਨੇ ਸਰਵਾਈਵ ਕੀਤੇ ਨੇ, ਸਰਵਾਈਵ ਕਰ ਜਿਹੜੇ ਗਏ। ਹੁਣ ਜਿਹੜੇ ਇਸ ਕੰਡੀਸ਼ਨ 'ਚ ਆ ਗਏ ਨੇ। ਇਹ ਜਿਹੜੇ ਸਾਰਾ ਨਾਜ਼ਰੀਨ ਤੁਹਾਨੂੰ ਦੂਰ ਤੱਕ ਬਾਗ ਦਾ ਨਜ਼ਾਰਾ ਮਿਲ ਰਿਹਾ ਹੈ, ਇਹ ਤਕਰੀਬਨ ਇੱਥੇ ਸਾਰੇ ਪੌਦੇ ਹਰੀੜ ਦੇ ਹੀ ਮੌਜੂਦ ਨੇ। ਜਿਵੇਂ ਰਜ਼ੀ ਸਾਹਿਬ ਫਰਮਾ ਰਹੇ ਨੇ ਕਿ ਸਰਵਾਈਵ ਕਰ ਗਏ ਤੇ ਅੱਗੇ ਹੁਣ ਮਜ਼ੀਦ ਲਗਾ ਰਹੇ ਨੇ। ਜੀ ਰਜ਼ੀ ਸਾਹਿਬ ਇਹਦੀ ਵੈਲਿਊ ਕੀ ਹੈ, ਮਤਲਬ ਕੀਮਤ ਕੀ ਹੈ ਇਹਦੀ? ਹਾਂ ਕੀਮਤ ਦੇ ਹਿਸਾਬ ਨਾਲ ਹੁਣ ਜਦੋਂ ਅਸਲ 'ਚ 8-9 ਸਾਲ ਬਾਅਦ ਇਹਨੇ 8ਵੇਂ ਸਾਲ ਇਹਨੇ ਫਲ ਸ਼ੁਰੂ ਕੀਤਾ ਹੈ। ਜੀ ਉਦੋਂ ਵੀ ਕਿਸੇ ਨੂੰ 20 ਕਿਲੋ ਲੱਗ ਗਿਆ, ਕਿਸੇ ਨੂੰ ਮਣ ਲੱਗ ਗਿਆ, 10 ਕਿਲੋ ਲੱਗ ਗਿਆ ਜੀ ਤੇ ਉਦੋਂ ਰੇਟ ਸੀ ਇਹਦਾ 4000 ਰੁਪਏ ਮਣ। ਜੀ ਤੇ ਫਿਰ ਜਦੋਂ ਇੰਡੀਆ ਨਾਲ ਤਜਾਰਤ ਖਤਮ ਹੋਈ ਹੈ, ਕਿਉਂਕਿ ਸਾਡਾ ਪਾਕਿਸਤਾਨ ਦਾ 5% ਵੀ ਨਹੀਂ ਪੂਰਾ ਕਰਦਾ ਹੈ ਜੀ ਜਿੰਨੀ ਸਾਡੀ ਡਿਮਾਂਡ ਹੈ ਨਾ, ਉਹਦਾ 5% ਵੀ ਨਹੀਂ ਪੂਰਾ ਕਰਦਾ ਪਾਕਿਸਤਾਨ ਜਿੰਨੇ ਦਰਖਤ ਲੱਗੇ ਨੇ, ਜੀ ਤੇ ਫਿਰ ਇੰਡੀਆ ਤੋਂ ਮੰਗਵਾਉਣੀ ਪੈਂਦੀ ਸੀ। ਉਹ ਜੀ। ਜਦੋਂ ਇੰਡੀਆ ਬੰਦ ਹੋ ਗਈ, ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਕਿੱਥੇ 4000, ਪਿਛਲੇ ਸਾਲ 10000 ਤੋਂ ਵਿਕਦੀ ਰਹੀ, ਜੀ ਇਸ ਸਾਲ 15-16000 ਰੇਟ ਹੋ ਗਿਆ ਜੀ ਤੇ 15-16000 ਵੀ ਨਾ ਲਾਓ ਤੁਸੀਂ, 10000 ਵੀ ਲਾਓ ਜੀ। ਤੇ ਹੁਣ ਸਾਡਾ ਇਹ ਪੌਦਾ ਜਿਹੜੇ ਨੇ ਤਕਰੀਬਨ 5 ਮਣ ਐਵਰੇਜ ਜਿਹੜੇ ਨਾ, ਇਹ ਵੱਡੇ ਪੌਦੇ ਜਿਹੜੇ ਨੇ, ਇਹ ਵੱਡੇ ਪੌਦੇ ਜਿੱਥੇ ਖੜੇ ਹਾਂ ਅਸੀਂ 5 ਮਣ ਵਾਲੇ ਵੀ ਨੇ, ਕੋਈ 4 ਵਾਲੇ ਨੇ, ਕੋਈ 3 ਵਾਲੇ ਵੀ ਨੇ, ਕੋਈ 6 ਵਾਲੇ ਵੀ ਨੇ। ਜਿਵੇਂ ਜਿਵੇਂ ਇਹਨਾਂ ਦੀ ਏਜ ਵੱਧਦੀ ਜਾਏਗੀ ਇਹ ਵਜ਼ਨ ਵਧਾਉਂਦੇ ਜਾਣਗੇ। ਜੀ ਤੁਸੀਂ 3 ਮਣ ਵੀ ਐਵਰੇਜ ਲਾਓ ਜੀ ਤੇ 45-50 ਹਜ਼ਾਰ ਦਾ ਇੱਕ ਪੌਦਾ ਹੋ ਜਾਂਦਾ। ਇੱਕ ਪੌਦਾ 50,000 ਦਾ, ਔਰ ਇੱਕ ਏਕੜ 'ਚ ਕਿੰਨੇ ਪੌਦੇ ਮੌਜੂਦ ਨੇ? ਇਹ ਮੈਂ ਤੇ ਲਾਇਆ ਸੀ ਉਦੋਂ 27.5 ਫੁੱਟ ਤੇ, ਲੇਕਿਨ 40 ਫੁੱਟ ਤੋਂ ਘੱਟ ਨਹੀਂ ਲਾਣਾ ਚਾਹੀਦਾ ਜੀ ਕਿਉਂਕਿ ਇਹ ਹੁਣੇ ਹੀ ਮਿਲ ਗਏ ਨੇ ਆਪਸ 'ਚ ਮਿਲ ਰਹੇ ਇਹਦੀ ਨੇ। ਉਮਰ ਤੇ 100 ਸਾਲ ਤੋਂ ਵੀ ਜ਼ਿਆਦਾ ਹੈ। ਅੱਛਾ ਇਹ 40 ਫੁੱਟ ਤੇ ਕਿੰਨੇ ਪੌਦੇ ਲੱਗ ਜਾਣਗੇ? 40 ਫੁੱਟ ਤੇ 36 ਤੋਂ 40 ਦੇ ਦਰਮਿਆਨ ਲੱਗਣਗੇ। ਨਾਜ਼ਰੀਨ 40 ਪੌਦੇ ਤੇ 50,000 ਰੁਪਏ ਅੱਜ ਦੇ ਦੌਰ ਵਿੱਚ ਜਦੋਂ ਆਪਾਂ ਲਾਵਾਂਗੇ 8 ਸਾਲ ਬਾਅਦ, ਉਹਦਾ ਆਈਡੀਆ ਕਰੋ। 50,000 ਦਾ ਮਤਲਬ ਅੱਜ ਇਹ 20 ਲੱਖ ਰੁਪਏ ਦੇ ਰਹੇ ਨੇ ਬਿਨਾਂ ਕੁਛ ਇਹਨਾਂ ਨੂੰ ਦਿੱਤੇ। ਜਸਟ ਪਾਣੀ ਦੇਣਾ ਹੈ, ਜੀ। ਮੰਜਾ ਪਾਣਾ ਹੈ, ਬਾਗ ਦੇ ਮਜ਼ੇ ਲੈਣੇ ਨੇ, ਠੰਡਾ ਇਨਵਾਇਰਨਮੈਂਟ ਅਲੱਗ ਤੋਂ ਲੈਣਾ ਹੈ ਤੇ ਪੈਸਾ ਅਲੱਗ ਲੈਣਾ ਹੈ। ਔਰ ਇਹ ਰਜ਼ੀ ਸਾਹਿਬ ਮੈਂ ਸੁਣਿਆ ਕਿ ਸਾਲ ਹੀ 2 ਦਫਾ ਫਲ ਦਿੰਦੀ। ਜੀ ਮੇਨ ਫਲ ਅੱਜ ਕੱਲ ਦਾ ਹੈ ਜੀ ਜਿਹੜਾ ਦੂਸਰਾ ਦਸੰਬਰ ਚ ਆਉਣਾ ਹੈ, ਉਹ ਬਹੁਤ ਘੱਟ ਹੁੰਦਾ, ਉਹ ਸਾਡੇ ਕੋਲ ਸੀਡ ਵਾਲੇ ਲੈ ਜਾਂਦੇ ਨੇ ਇਹਦੀ ਨਰਸਰੀ ਤਿਆਰ ਕਰਨ। ਨਰਸਰੀ ਤਿਆਰ ਕਰਨ ਵਾਲੇ, ਲੇਕਿਨ ਉਹ ਤਾਂ ਮਹਿੰਗਾ ਸੇਲ ਹੁੰਦਾ ਹੋਵੇਗਾ। ਹਾਂਜੀ ਲੇਕਿਨ ਉਹ ਘੱਟ ਹੁੰਦਾ ਕਿਉਂ, ਅਗਰ ਅਸੀਂ ਇਹਨੂੰ ਪਹਿਲਾਂ ਖਤਮ ਕਰ ਦਈਏ ਜਿਹੜਾ ਅੱਜ ਵਾਲਾ ਫਲ, ਫਿਰ ਉਹ ਵੀ ਜ਼ਿਆਦਾ ਹੋ ਜਾਂਦਾ ਹੈ, ਲੇਕਿਨ ਕਿਉਂਕਿ ਇਹ ਮੇਨ ਫਲ ਹੁੰਦਾ ਤੇ ਫਿਰ ਜ਼ਾਇਆ ਨਹੀਂ ਕਰ ਸਕਦੇ। ਸਰ ਉਹ ਛੋਟੀ ਜੀ ਅਰਜ਼ ਕਰਾਂ, ਆਪਾਂ ਉਹਨਾਂ ਦਿਨਾਂ 'ਚ ਵੈਸੇ ਹੀ ਜ਼ਿਮੀਦਾਰ ਫਾਰਿਗ ਹੁੰਦੇ ਆ, ਅਗਰ ਉਦੋਂ ਅੱਜ 20 ਲੱਖ ਦੇ ਰਿਹਾ, ਉਦੋਂ 4 ਵੀ ਦਿੰਦਾ ਹੈ ਤੇ ਕੀ ਚਾਹੀਦਾ ਹੈ ਆਪਾਂ ਨੂੰ? ਵੀ ਖਾਲੀ ਅੱਗ ਸੇਕ ਰਹੇ ਹੁੰਦੇ ਆ ਸਰਦੀ 'ਚ ਬੈਠੇ। ਹਾਂ ਸਰ ਇਹਦਾ ਇਹ ਲੇਕਿਨ ਇਹਨੂੰ ਕੋਈ ਨਾ ਸਪਰੇਅ ਦੀ ਜ਼ਰੂਰਤ ਹੈ, ਨਾ ਇਹਨੂੰ ਕਦੀ ਖਾਦ ਪਾਈ ਦੀ ਹੈ ਤੇ ਨਾ ਹੀ ਇਹਦੀ ਕੋਈ ਚੋਰੀ ਚਕਾਰੀ ਦਾ ਡਰ ਹੈ
ਤੇ ਬਸ ਇੱਕ ਕਮੇਟੀ ਸਮਝ ਲਓ, ਇੱਕ ਬੰਦੇ ਦੀ ਕਮੇਟੀ ਨਾ ਕੋਈ ਤੋੜ ਕੇ ਖਾਂਦਾ ਹੈ, ਕੜਵੀ ਬਹੁਤ ਜ਼ਿਆਦਾ ਹੈ। ਨਾ ਕੋਈ ਫਰੂਟ ਫਲਾਈ ਪੈਂਦੀ ਹੈ, ਸਪਰੇਅ ਦੀ ਹਾਲਤ ਸਾਰੇ ਫਰੂਟਾਂ ਨੂੰ ਪੈਂਦੀ ਹੈ, ਲੇਕਿਨ ਇਹਦੇ ਨੇੜੇ ਕੋਈ ਨਹੀਂ ਆਉਂਦਾ, ਨਾ ਕੋਈ ਪਰਿੰਦਾ ਵੀ ਨਹੀਂ ਖਾਂਦਾ ਇਹਨੂੰ। ਅੱਛਾ, ਤੁਸੀਂ ਕੁਝ ਕੱਚੀ ਅਰੀੜ ਦੇ ਬਾਰੇ ਚ ਫਰਮਾ ਰਹੇ ਆ, ਇਹਦੇ ਖਾਣ ਦੇ ਬਾਰੇ ਚ। ਹਾਂਜੀ, ਉਹ ਮੇਰੇ ਕੋਲ ਵਪਾਰੀ ਇੱਕ ਆਇਆ ਤੇ ਉਹਨੇ ਇੱਕ ਵਾਰੀ ਤੋੜ ਕੇ ਨਾ ਕੱਚੀ ਖਾ ਗਿਆ ਤੇ ਬੜੀ ਕੜਵੀ ਹੁੰਦੀ, ਬੜੀ ਖੁਸ਼ਕ ਔਰ ਕੜਵੀ। ਤੇ ਮੈਂ ਉਹਨੂੰ ਪੁੱਛਿਆ ਤੂੰ ਇਹ ਕਿਉਂ ਖਾਦੀ? ਕਹਿੰਦਾ ਜੀ ਇਹਦੇ ਫਾਇਦੇ ਬੜੇ ਨੇ। ਫਿਰ ਉਹਨੇ ਸਾਰੇ ਫਾਇਦੇ ਗਿਣਾਏ। ਉਹ ਫਿਰ ਮੈਂ ਵੀ ਖਾਧੀ, ਉਦੋਂ ਬੜੀ ਮੁਸ਼ਕਲ ਸੀ, ਪਾਣੀ ਦੇ ਨਾਲ ਖਾਣੀ ਪੈਂਦੀ ਹੈ ਜੀ। ਤੇ ਇੰਨੀ ਕੜਵੀ ਹੈ ਕਿ ਪਾਣੀ ਪਿੱਛੋਂ ਸ਼ਹਿਦ ਵਾਲਾ ਲੱਗਦਾ, ਜਿਹੜਾ ਸਾਦਾ ਪਾਣੀ ਹੈ ਸ਼ਹਿਦ ਵਾਲਾ ਪੀਊਗਾ। ਤੇ ਫਿਰ ਉਸ ਤੋਂ ਬਾਅਦ ਮੈਂ ਸ਼ੁਰੂ ਹੋ ਗਿਆ, ਆਪਣੀ ਫੈਮਿਲੀ ਵੀ ਉਹ ਵੀ ਖਾਣ ਲੱਗ ਪਏ। ਕੀ ਫਾਇਦੇ ਮਹਿਸੂਸ ਕੀਤੇ ਇਹਨੂੰ ਇਹਦਾ ਖਾਣ ਇੱਕ ਤੇ ਮੈਦੇ ਦਾ ਕੋਈ ਹਰ ਕਿਸਮ ਦੇ ਮਰਜ਼ ਆਸੇ ਨੇ ਮੇਰੇ ਕੋਲ, ਖਾਸ ਤੌਰ ਤੇ ਕੋਈ ਦਾਇਮੀ ਕਬਜ਼ ਹੋਵੇ ਜੀ, ਉਹਦੇ ਵਾਸਤੇ ਤੇ ਬਿਹਤਰੀਨ ਚੀਜ਼ ਹੈ। ਉਹ ਖਾਣੀ ਇੱਕ ਹੀ ਹੈ ਦਿਨ ਦੀ, ਇੱਕ ਹੀ। ਦੋ ਖਾਵਾਂਗੇ ਤੇ ਬਲੱਡ ਪ੍ਰੈਸ਼ਰ ਹਾਈ ਕਰਦੀ ਹੈ, ਜੀ। ਮਤਲਬ ਉਹ ਵੀ ਇਹਦੀ ਕੰਡੀਸ਼ਨ। ਬਾਕੀ ਤੁਹਾਡੀਆਂ ਬਿਨਾਈ ਵਾਸਤੇ, ਤੁਹਾਡੇ ਵਾਲਾਂ ਵਾਸਤੇ, ਤੁਹਾਡਾ ਪੂਰਾ ਜਿਸਮ ਸਵੇਰ ਤੋਂ ਸ਼ਾਮ ਤੱਕ, ਮੈਂ ਰਾਤ ਤੱਕ ਕਈ ਵਾਰੀ 20-20 ਕਿਲੋਮੀਟਰ ਵਾਕ ਹੋ ਜਾਂਦੀ ਹੈ, ਲੇਕਿਨ ਕਦੀ ਥਕਾਵਟ ਦਾ ਅਹਿਸਾਸ ਹੀ ਨਹੀਂ ਹੁੰਦਾ। ਚੀਮਾ ਸਾਹਿਬ, ਏਜ ਕਿੰਨੀ ਜਨਾਬ ਰਹਿੰਦੀ? ਮੇਰੀ 57 ਸਾਲ ਹੋ ਗਏ। ਸਰ 57 ਸਾਲ ਦਾ ਬੰਦੇ ਨੂੰ ਦੇਖੋ, ਇਹ ਦੇਖੋ ਜੀ, 32 ਸਾਲ ਦੇ ਕਮਾਂਡੋ ਲੱਗ ਰਹੇ ਨੇ ਕਿ ਨਹੀਂ? ਇਹ ਹੈ ਇਸ ਬਾਗਬਾਨੀ ਦਾ ਫਾਇਦਾ, ਜਿਹੜੇ ਉਹਨਾਂ ਨੇ ਪੌਦੇ ਪਾਲੇ ਨੇ, এনवायरमेंट ਅੱਛਾ ਔਰ ਖੁਰਾਕ ਅੱਛੀ। ਅੱਛਾ ਰਜ਼ੀ ਸਾਹਿਬ, ਇਹਦਾ ਮੁਸਤਕਬਲ ਕੀ ਦੇਖਦੇ ਹੋ? ਮੁਸਤਕਬਲ ਮੈਂ ਜਿਵੇਂ ਤੁਹਾਨੂੰ ਦੱਸਿਆ 5% ਇਹ ਸਾਡੀ ਨੀਡ ਨੂੰ ਪੂਰੇ ਕਰ ਰਿਹਾ ਜੀ। ਇਹ ਤੇ ਅਗਰ ਆਪਣਾ ਹਰ ਬੰਦਾ ਜਿਹੜਾ ਨਾ ਕੋਈ 2-2 ਕਿੱਲੇ 4-4 ਕਿੱਲੇ ਮੁਰੱਬੇ ਚਲਾਵੇ, 5-5 ਕਿੱਲੇ, ਤੇ ਫਿਰ ਵੀ ਇਹ ਡਿਮਾਂਡ ਨਹੀਂ ਪੂਰੀ ਹੋਣੀ ਜੀ। ਤੇ ਕੀਮਤ ਇਹਦੀ ਵਧਣੀ ਕਿਉਂਕਿ ਮੈਡੀਸਨਲ ਹੈ ਇਹ। ਆਪਣਾ ਪੰਸਾਰੀ ਵੀ ਲੈ ਕੇ ਜਾਂਦਾ ਹੈ, ਮੁਰੱਬਾ ਇਹਦਾ ਬਹੁਤ ਜ਼ਿਆਦਾ ਬਣਦਾ ਹੈ ਜੀ। ਔਰ ਇਹਦੀ ਕੋਈ ਵੇਚਣ ਦਾ ਕੋਈ ਮਸਲਾ ਨਹੀਂ। ਜਦੋਂ ਅਜੇ ਬੂਰ ਵੀ ਨਹੀਂ ਲੱਗਦਾ ਤੇ ਪਿੱਛੋਂ ਟੈਲੀਫੋਨ ਆਉਣੇ ਸ਼ੁਰੂ ਹੋ ਜਾਂਦੇ, ਯਾਨੀ ਵਪਾਰੀ ਪਿੱਛੇ ਦੌੜ ਰਹੇ ਹੁੰਦੇ ਨੇ ਕਿ ਸਾਨੂੰ ਜਿਹੜਾ ਨਾ ਸਾਡੇ ਨਾਲ ਡਨ ਕਰੋ ਇਹਦੀ। ਆਮਲਾ ਔਰ ਹਰੀਰ ਜੀ, ਇਹਨਾਂ ਦੋਵਾਂ ਦੀ ਇਹ ਕੰਡੀਸ਼ਨ ਹੈ, ਵਪਾਰੀ ਤੁਹਾਡੇ ਪਿੱਛੇ ਨੇ। ਅੱਛਾ ਰਜ਼ੀ ਸਾਹਿਬ, ਜਿਹੜੇ 8 ਸਾਲ ਇਹਨੇ ਫਲ ਨਹੀਂ ਦੇਣਾ, ਜੀ। ਉਹਦੇ ਦੌਰਾਨ ਚ ਫਸਲ ਲੱਗਦੀ ਇਹਦੇ ਵਿੱਚ? ਜੀ, ਫਸਲ ਬਿਹਤਰੀਨ ਇੰਟਰਕ੍ਰੋਪਿੰਗ ਹੁੰਦੀ। ਮੈਂ ਤੇ 3-3 ਲਈਆਂ, ਮਤਲਬ ਵਿੱਚ ਬਾਗ ਦੇ ਵਿੱਚ ਬਾਗ ਲਾਇਆ ਜੀ। ਨਿੰਬੂ ਦਾ ਵਿੱਚ ਨਜ਼ਰ ਆ ਰਹੇ ਨੇ, ਨਿੰਬੂ ਦੇ ਪੌਦੇ ਨੇ ਜੀ। ਵਿੱਚ। ਇਹਦੇ ਵਿੱਚ ਅਮਰੂਦ ਸੀ ਪਹਿਲਾਂ, तो फिर अमरूद खराब करने लग पिया, फिर काट के छोटे पौधे फिर नींबू के ला देते। नाजरीन सामने देख सकते हो खाली जगह छोटे भी नींबू के दरख्त लगे ने, जरा ਵੱਡੇ भी लगे ने। रज़ा फरमा रहे कि ਤੁਹਾਨੂੰ ਇਹ ਖਾਲੀ ਸਾਲ ਨੁਕਸਾਨ ਚ ਨਹੀਂ ਜਾਣਗੇ। ਹਾਂਜੀ, ਇਹਦੇ ਵਿੱਚ ਫਿਰ ਬਾਗ ਦੇ ਵਿੱਚ ਵੀ ਅਸੀਂ ਇਹ ਹੁਣ ਕੱਦੂ ਸਨ ਜੀ, ਕੱਦੂ ਵਿੱਚ ਵਾਏ ਨੇ, ਹੁਣ ਇਹਦੇ ਚ ਕਣਕ ਵੀ ਆਏਗੀ। ਮਤਲਬ 4-5 ਸਾਲ ਈਜ਼ੀਲੀ ਤੁਸੀਂ ਹਰ ਫਸਲ ਤੁਸੀਂ ਹਰ ਇੱਕ ਲੈ ਰਹੇ ਹੋ ਨਾਲ। ਇਹ ਜਦੋਂ ਫਲ ਤੇ ਹੋਣਾ ਨਾ, ਇਹ ਇਜ਼ਾਫੀ ਪੈਸਾ ਹੈ ਤੁਹਾਡੇ ਕੋਲ ਜੀ। ਹਾਂਜੀ, ਬਾਕੀ ਤੁਸੀਂ ਜਿਹੜੀ ਇਹਦੀ ਉਹਦੇ 'ਚ ਕੋਈ ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਪੈਣਾ ਕਿ ਮੇਰਾ ਰੁਕ ਗਈ ਜ਼ਮੀਨ, ਉਹ ਕੋਈ ਮਸਲਾ ਨਹੀਂ। ਬਾਕੀ ਤੁਸੀਂ ਅਗਰ ਤੁਹਾਡੇ ਕੋਲ ਜ਼ਮੀਨ ਵਾਫਰ ਹੈ, ਤੁਸੀਂ ਜ਼ਮੀਨ ਦੇ ਬਾਹਰ ਕਿਨਾਰਿਆਂ ਤੇ ਲਾਓ, ਖਾਲਿਆਂ ਤੇ ਲਾਓ, ਉਹ ਵੀ ਅੱਛੇ ਦਰਖਤ ਲੱਗ ਜਾਣਗੇ, ਉਹਨਾਂ ਵੀ ਇਜ਼ਾਫੀ ਆਮਦਨੀ ਹੈ। ਹੁਣ ਅੱਗੇ ਤੁਸੀਂ ਕਿੰਨੇ ਏਕੜ ਤੇ ਜਾ ਰਹੇ ਹੋ ਇਹਦੇ ਤੇ? ਮੈਂ ਇੱਕ ਤੇ ਤਕਰੀਬਨ ਇਹ ਮੇਰਾ ਆਈਡੀਆ ਕਿ ਇਹਨੂੰ 1000 ਪੌਦੇ ਤੇ ਲਿਆ ਜਾਏ। 1000 ਪੌਦੇ ਕਰੋ? 1000 ਪੌਦਾ ਕਰਾਂਗੇ। ਹੁਣ ਤਕਰੀਬਨ ਜਿਹੜੇ ਨਾਗੇ ਵੀ ਮੈਂ ਆਪਣੇ ਤਿਆਰ ਕਰਕੇ ਲਾ ਲਏ ਨੇ ਜੀ, ਤੇ ਉਹ ਅਲਹਮਦੁਲਿਲਾ ਕੋਈ ਹੁਣ 400 ਪਲੱਸ ਹੋ ਗਿਆ, 400-500 ਦੇ ਕਰੀਬ ਜੀ ਪੌਦਾ ਜਿਹੜਾ ਹੈ ਜੀ। ਇਹਨੂੰ ਆਹਿਸਤਾ ਆਹਿਸਤਾ ਇਨਸ਼ਾਅੱਲਾ 1000 ਤੇ ਲਿਆਵਾਂਗੇ, ਕਿਉਂਕਿ ਮੇਰੇ ਕੋਲ ਆੜੂ ਵੀ ਹੈ, ਆਮਲਾ ਵੀ ਹੈ, ਮਿੱਠਾ ਵੀ ਹੈ। ਉਹ ਫਿਰ ਆਹਿਸਤਾ ਆਹਿਸਤਾ ਉਹਨੂੰ ਵੇਚੇ 40-40 ਫੁੱਟ ਤੇ ਲਾ ਦੇਵਾਂਗੇ ਜੀ, ਤੇ ਜਿਵੇਂ ਵਧਣਗੇ ਫਿਰ ਉਹ ਖਤਮ ਕਰ ਦੇਵਾਂਗੇ। ਹੁਣ ਉਹਨਾਂ ਕੋਲ ਜਿਹੜੇ ਨਾ ਗਿਟਕ ਵਾਲੇ ਆਏ ਨੇ, ਉਹ ਵੀ ਵੇਖ ਕੇ ਜਿਹੜੇ ਗਿਟਕ ਵਾਲੇ ਲਾ ਲਓ ਤੇ ਉਹ ਤੁਸੀਂ ਆਪ ਵੀ ਗ੍ਰਾਫਟ ਕਰ ਸਕਦੇ ਹੋ, ਸਾਲ ਬਾਅਦ ਉਹਨੂੰ ਆਪਣੀ ਗ੍ਰਾਫਟਿੰਗ ਕਰ ਲਓ, ਉਹ ਫਿਰ ਇੱਕ ਤੀਸਰੇ ਸਾਲ ਹੀ ਫਲ ਦੇਣਾ ਸ਼ੁਰੂ ਕਰ ਦਿੰਦੇ ਜੀ। ਨਾਜ਼ਰੀਨ, 1 ਕਰੋੜਾਂ ਰੁਪਏ ਦੀ ਬਾਗ ਕਹਿ ਲਓ, ਫਸਲ ਕਹਿ ਲਓ, ਤੁਸੀਂ ਖੁਦ ਕਰ ਸਕਦੇ ਹੋ। ਔਰ ਮੇਰਾ ਖਿਆਲ ਹੈ ਮਾਲੂਮਾਤ ਤੁਹਾਨੂੰ ਇਹਦੀਆਂ ਮੁਕੰਮਲ ਮਿਲ ਚੁੱਕੀਆਂ ਨੇ, ਰਜ਼ੀ ਸਾਹਿਬ ਦੇ ਚੁੱਕੇ ਨੇ। ਫਲ ਇਹਦਾ ਕੱਚਾ ਇੱਕ ਦਫਾ ਫਿਰ ਤੁਸੀਂ ਦੇਖ ਸਕਦੇ ਹੋ।